ਇਹਨੂੰ ਤਾਲਿਬਾਨੀ ਸਰਕਾਰ ਕਹਿ ਦਿਆਂ, ਇਹਨੂੰ ਮੰਨੂ ਦੀ ਸਰਕਾਰ ਕਹਿ ਦਿਆਂ, ਤੇ ਇਹ ਉਹੀ ਹੈ, ਕੋਈ ਫਰਕ ਨਹੀਂ ਇਹਨਾਂ 'ਚ। ਨਿੱਕੀ ਤੋਂ ਨਿੱਕੀ ਕਿਹੜੀ ਇਕਾਈ ਕਵਾਂ, ਉਹ ਤੋਂ ਲੈ ਕੇ ਮਿਨਿਸਟਰ, ਕੈਬਨਿਟ ਮਿਨਿਸਟਰ ਤੱਕ ਕਰਪਸ਼ਨ ਇੰਨੀ ਕੁ ਹੈ। ਮੇਰੇ ਕੋਲ ਪੇਪਰ ਹੈ ਪੂਰੇ, ਮੇਰੇ ਕੋਲ 10 ਫਾਈਲਾਂ ਪਈਆਂ ਨੇ। ਤੁਹਾਡੇ ਯਾਰ ਫਲੈਟਾਂ ਦੇ ਦਰਵਾਜ਼ਿਆਂ ਦੇ ਅੱਗੇ ਉਹਨੇ ਇੱਕ ਟਾਵਰ ਖੜਾ ਕਰ ਲਿਆ, ਪਾਰਕ ਤੁਹਾਡੀ ਖਤਮ ਕਰਕੇ ਤੁਸੀਂ WhatsApp ਤੇ ਪਾ ਰਹੇ ਹੋ, ਗਲਤ ਕਰਦੀ ਹੈ ਇਸਨੇ। ਔਰ ਇਹਨਾਂ ਦਾ ਇੱਕੋ ਜਿਹੜਾ ਜ਼ੋਰ ਇਹ ਚੱਲਿਆ ਕਿ ਬਿਲਡਰਾਂ ਨੇ ਰਲ ਕੇ ਸੁਖਦੇਵ ਨੂੰ ਜਿਹੜਾ ਹੈ ਜੇਲ੍ਹ 'ਚ ਪਾ ਦਿਓ, ਇਹਦੇ ਪਰਚੇ ਕਰਾ ਦਿਓ, ਕਦੀ ਹਰਿਆਣੇ 'ਚ ਪਰਚਾ, ਕਦੀ ਪੰਜਾਬ 'ਚ ਪਰਚਾ। ਜਿਹੜੀ ਆ ਨਿੱਕੇ ਜਿਹੇ ਕੇਸ ਪਾਣੇ, ਇਹ ਤਾਂ ਮੈਂ ਸਮਝਦਾ ਕਿ ਇਹ ਤਾਂ ਬਹੁਤ ਵੱਡਾ ਦਰਿਆ ਪਾਰ ਕਰਨਾ, ਇਹਦਾ ਕੰਢਾ ਜਿਹਾ। ਮੈਨੂੰ ਚਾਹੇ 2 ਦਿਨ ਹੀ ਜੇਲ੍ਹ ਜਾਣਾ ਪਿਆ। ਮੈਂ ਉੱਥੇ ਜਦੋਂ ਜਾ ਕੇ ਵੇਖਿਆ ਤਾਂ ਨਸ਼ੇ ਵਿੱਚ 80% ਉੱਥੋਂ ਦਾ ਯੰਗ ਜਿਹੜਾ ਅਸੀਂ ਦੇਖਿਆ ਸੀ ਨਸ਼ਿਆਂ 'ਚ ਫਿਰਦਾ ਵਿਚਾਰਾ। ਕੋਈ ਵੀ ਨਕਲੀ ਬਿਲਡਰ, ਕੋਈ ਵੀ ਨਕਲੀ ਅਫਸਰ, ਕੋਈ ਵੀ ਕਰਪਟ ਜਿਹੜਾ ਅਫਸਰ ਹੈ, ਉਹਨੂੰ ਅਸੀਂ ਕੋਸ਼ਿਸ਼ ਕਰਾਂਗੇ ਇੱਥੇ ਰਹਿਣ ਦੀ, ਚਾਹੇ ਉਹ ਕਿਸੇ ਵੀ ਡਿਪਾਰਟਮੈਂਟ ਦਾ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਜਿੰਦੀ ਮਰਜਾਣੀ ਤੇ ਲੈ ਕੇ ਹਾਜ਼ਰ ਹੋ ਗਈ ਹਾਂ ਇੱਕ ਵਾਰ ਫਿਰ ਤੇ ਹੌਟਲਾਈਨਸ ਦੇ ਵਿੱਚ ਦੋਸਤੋ ਆਪਾਂ ਡਿਸਕਸ ਕਰੀਦੇ ਆ ਹੌਟ ਟੌਪਿਕ। ਤੇ ਅੱਜ ਹੌਟ ਟੌਪਿਕਸ ਫਿਰ ਲੈ ਕੇ ਆਏ ਹੋਏ ਆ ਇਲੀਗਲ ਪ੍ਰੋਪਰਟੀਜ਼, ਇਲੀਗਲ ਬਿਲਡਿੰਗ ਵਰਕਸ ਜਿਹੜੇ ਹੈਗੇ ਆ ਅਰਾਊਂਡ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਚੱਲਦੇ ਆ। ਤੇ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਸਾਡੇ ਐਕਟਿਵਿਸਟ, ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰੈਜ਼ੀਡੈਂਟ ਸਾਡੇ ਨਾਲ ਚੌਧਰੀ ਸਾਹਿਬ ਜੁੜ ਗਏ ਆ, ਸੁਖਦੇਵ ਚੌਧਰੀ ਜੀ, ਤੇ ਕਰਦੇ ਆ ਉਹਨਾਂ ਦਾ ਸਵਾਗਤ। ਚੌਧਰੀ ਸਾਹਿਬ ਧੰਨਵਾਦ ਬਹੁਤ ਬਹੁਤ, ਤੇ ਤੁਹਾਡਾ ਸਵਾਗਤ ਇੱਕ ਵਾਰ ਫਿਰ। ਤੇ ਚੌਧਰੀ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਬਹੁਤ ਹੀ ਕੁਝ ਹੋਇਆ, ਕਿਉਂਕਿ ਤੁਸੀਂ ਵੀ ਆਪਣਾ ਜਿਹੜਾ ਹੈਗਾ ਆ ਪੂਰਾ ਜਿੱਦਾਂ ਹੁਣ ਇਹਨਾਂ ਇਲੀਗਲ ਜਿਹੜੇ ਬਿਲਡਿੰਗ ਵਰਕਸ ਜਿਹੜੇ ਹੈਗੇ ਆ ਜਾਂ ਇਲੀਗਲ ਟਰੀ ਕਟਿੰਗਸ ਜਾਂ ਕੁਛ ਵੀ ਬਹੁਤ ਹੀ ਕੁਛ ਚੱਲ ਰਿਹਾ ਆ। ਸਪੈਸ਼ਲੀ ਜੇ ਆਪਾਂ ਗੱਲ ਕਰੀਏ ਸ਼ੇਰਖਪੁਰ ਦੇ ਵਿੱਚ ਇੰਨਾ ਕੁਛ ਹੋ ਰਿਹਾ ਆ, ਪ੍ਰਸ਼ਾਸਨ ਦੀਆਂ ਅੱਖਾਂ ਤੋਂ ਪਰੇ ਨਹੀਂ ਹੈਗਾ। ਪ੍ਰਸ਼ਾਸਨ ਨੂੰ ਪਤਾ ਆ ਕਿ ਇਸ ਸ਼ੇਰਖਪੁਰ ਦੇ ਵਿੱਚ ਕਿੰਨੀ ਕੁ ਵੱਡੀ ਪ੍ਰੋਬਲਮ ਹੈਗੀ ਆ, ਚਾਹੇ ਆਪਾਂ ਉਹਨੂੰ ਗੱਲ ਕਰੀਏ ਸੀਵਰੇਜ ਦੀ, ਇਲੈਕਟ੍ਰਿਸਿਟੀ ਦੀ, ਡਰਿੰਕਿੰਗ ਵਾਟਰ ਦੀ, ਬਹੁਤ ਹੀ ਕੁਛ ਚੱਲਦਾ ਆ। ਤੇ ਤੁਸੀਂ ਅੱਜ ਕੱਲ੍ਹ ਜਿੱਦਾਂ ਕਹਿੰਦੇ ਹੁੰਦੇ ਆ ਇਹਨਾਂ ਜਿਹੜੇ ਮੁੱਦੇ ਆ ਇਹਨਾਂ ਨੂੰ ਬਹੁਤ ਹਾਈਲਾਈਟ ਕਰ ਰਹੇ ਹੋ, ਤੇ ਉਸ ਹਾਈਲਾਈਟਸ ਕਰਨ ਦੇ ਨਾਲ ਅਫਕੋਰਸ ਜਿਹੜੇ ਇਹ ਕਰ ਰਹੇ ਆ ਸਾਰਾ ਕੁਛ, ਉਹਨਾਂ ਨੂੰ ਦੁੱਖ ਤਾਂ ਲੱਗਣਾ ਹੀ ਆ। ਜਦੋਂ ਹੁਣ ਦੁੱਖ ਲੱਗਿਆ ਤੇ ਤੁਹਾਡੇ ਉੱਪਰ ਵੀ ਪਰਚੇ ਹੋ ਗਏ, ਤੁਹਾਡੀ ਅਰੈਸਟ ਪਵਾ ਦਿੱਤੀ ਗਈ ਆ। ਤੇ ਚਲੋ ਇਹ ਆ ਕਿ ਤੁਸੀਂ ਆ ਗਏ ਆ ਆਪਣੀ ਜੇਲ੍ਹ ਦੇ ਉੱਤੇ ਬਾਹਰ। ਥੋੜਾ ਜਿਹਾ ਇਹਦੇ ਉੱਤੇ ਚਾਨਣਾ ਪਾਵੋ ਸਾਡੇ ਦਰਸ਼ਕਾਂ ਦੇ, ਕੀ ਰੀਜ਼ਨ ਸੀਗਾ ਕਿ ਤੁਹਾਡੀ ਜਿਹੜੀ ਆ ਅਰੈਸਟ ਪਵਾਈ ਗਈ ਸੀ? ਮੈਂ ਸਾਹਿਤ ਪ੍ਰੇਮੀ ਹਾਂ, ਇਤਿਹਾਸ ਬਹੁਤ ਪੜ੍ਹਿਆ ਮੈਂ। ਪੌਣੇ 300 ਸਾਲ ਪਹਿਲਾਂ ਮੀਰ ਮੰਨੂ, ਅਸੀਂ ਇੱਕ ਬਹੁਤ ਜ਼ਾਲਮ ਗਵਰਨਰ ਹੋਇਆ ਹੈ, ਬਹਾਦਰ ਵੀ ਸੀਗਾ ਉਹ, ਜ਼ਾਲਮ ਵੀ ਸੀ, ਗਵਰਨਰ ਸੀ, ਜਿਸਨੇ ਇੱਕ ਸਿੱਖਾਂ ਨੂੰ ਖਤਮ ਕਰਨ ਲਈ ਉਹਨੇ ਇੱਕ ਬੀੜਾ ਚੱਕਿਆ ਸੀ ਕਿ ਸਿੱਖ ਖਤਮ ਕਰਨੇ ਨੇ। ਤੇ ਉਦੋਂ ਇੱਕ ਕਹਾਵਤ ਆਮ ਤੁਸੀਂ ਸੁਣੀਏ ਕਿ ਮੀਰ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਸੀ ਦੂਣ ਸਵਾਏ ਹੋਏ। ਅੱਜ ਸਿੱਖ ਪੂਰੇ ਵਰਲਡ ਦੇ ਵਿੱਚ ਛਾਏ ਹੈ, ਖਤਮ ਨਹੀਂ ਕਰ ਸਕੇ। ਇਹ ਵੀ ਕੋਈ ਘੱਟ ਨਹੀਂ ਹੈ, ਇਹ ਵੀ ਅੱਜ ਮੰਨੂ ਦੀ ਸਰਕਾਰ ਚੱਲ ਰਹੀ ਹੈ। ਮੈਂ ਇਹਨੂੰ ਤਾਲਿਬਾਨੀ ਸਰਕਾਰ ਕਹਿ ਦਿਆਂ, ਇਹਨੂੰ ਮੰਨੂ ਦੀ ਸਰਕਾਰ ਕਹਿ ਦਿਆਂ, ਤੇ ਇਹ ਉਹੀ ਹੈ, ਕੋਈ ਫਰਕ ਨਹੀਂ ਇਹਨਾਂ 'ਚ। ਔਰ ਸ਼ਰਮ ਦੀ ਗੱਲ ਹੈ ਕਿ ਅੱਜ ਇਹੀ ਕਾਂਗਰਸ ਸਰਕਾਰ ਜਿਨ੍ਹਾਂ ਨੇ ਬੀੜਾ ਚੱਕਿਆ ਸੀਗਾ ਕਰਪਸ਼ਨ ਨੂੰ ਖਤਮ ਕਰਨ ਦਾ, ਨਸ਼ਿਆਂ ਨੂੰ ਖਤਮ ਕਰਨ ਦਾ, ਹਰ ਤਰੀਕੇ ਦਾ, ਮੈਂ ਕਰਪਸ਼ਨ ਦੇ ਵਿੱਚ ਸਭ ਕੁਝ ਆ ਜਾਂਦਾ, ਲੇਕਿਨ ਅੱਜ ਪੰਜਾਬ ਦੇ ਵਿੱਚ ਜਿੰਨੀ ਕਰਪਸ਼ਨ ਵੱਧ ਚੁੱਕੀ ਹੈ, ਹਰ ਫੀਲਡ ਦੇ ਵਿੱਚ ਅਸੀਂ ਲੋਕਲ ਬਾਡੀ ਦੇ ਕੰਮ ਕਰ ਰਹੇ ਹਾਂ, ਅਸੀਂ ਫੋਰੈਸਟ ਡਿਪਾਰਟਮੈਂਟ ਦੇ ਕੰਮ ਕਰ ਰਹੇ ਹਾਂ, ਫੋਰੈਸਟ ਦੇ ਜਿਹੜੇ ਅਫਸਰ ਨੇ ਉਹ ਨਿਕੰਮੇ, ਔਰ ਲੋਕਲ ਬਾਡੀ ਦੇ ਤਾਂ ਤੁਸੀਂ ਇਹ ਦੇਖੋ ਕਿ ਮੈਂ ਨਿੱਕੀ ਤੋਂ ਨਿੱਕੀ ਕਿਹੜੀ ਇਕਾਈ ਕਵਾਂ, ਉਹ ਤੋਂ ਲੈ ਕੇ ਮਿਨਿਸਟਰ, ਕੈਬਨਿਟ ਮਿਨਿਸਟਰ ਤੱਕ ਕਰਪਸ਼ਨ ਇੰਨੀ ਕੁ ਹੈ। ਮੇਰੇ ਕੋਲ ਪੇਪਰ ਹੈ ਪੂਰੇ, ਮੇਰੇ ਕੋਲ 10 ਫਾਈਲਾਂ ਪਈਆਂ ਨੇ, ਜਿਹਦੇ ਵਿੱਚ ਪੰਜਾਬ ਸਰਕਾਰ, ਚੀਫ ਸੈਕਟਰੀ ਇਹਨਾਂ ਨੂੰ ਲੈਟਰ ਲਿਖ ਕੇ ਜਵਾਬ ਮੰਗ ਰਿਹਾ ਹੈ ਵੀ ਇਹ ਬਿਲਡਿੰਗ ਗਲਤ ਬਣ ਰਹੀ ਹੈ, ਇਹਦੀ ਰਿਪੋਰਟ ਕਰੋ, ਔਰ ਜਿਹੜੇ ਦੋਸ਼ੀ ਅਧਿਕਾਰੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰੋ, ਨਾਮ ਦਿਓ। ਇਹ ਕੋਈ ਪਰਵਾਹ ਨਹੀਂ ਕਰ ਰਹੇ। ਇੱਕ ਈਓ, ਉਹ ਆਪਦੇ ਆਪ ਨੂੰ ਇੰਨਾ ਕੁ ਵੱਡਾ ਅਫਸਰ ਸਮਝਦਾ ਹੈ, ਉਹਨੂੰ ਕੋਈ ਮਤਲਬ ਨਹੀਂ
ਕੈਬਨਿਟ ਮਿਨਿਸਟਰ ਨਾਲ ਸਿੱਧੀ, ਜਾਂ ਸੀਐਮ ਜਾਂ ਕੈਬਨਿਟ ਮਿਨਿਸਟਰ। ਓਕੇ। ਵਿਚਕਾਰ ਦਾ ਕੋਈ ਸੈਕਟਰੀ ਉਹਨਾਂ ਦੇ ਸੈਕਟਰੀ ਹੋ ਗਿਆ, ਡਾਇਰੈਕਟਰ ਹੋ ਗਿਆ। ਡਾਇਰੈਕਟਰ ਤਾਂ ਅੱਜ ਤੱਕ ਕਦੀ ਅਸੀਂ ਵੇਖਿਆ ਵੀ ਨਹੀਂ, ਸ਼ਕਲ ਨਹੀਂ ਵੇਖੀ ਉਹਨੇ ਕਦੀ ਕੋਈ ਸਟੇਟਮੈਂਟ ਵੀ ਦਿੱਤੀ ਹੋਵੇ ਇਹਨਾਂ ਦੇ ਖਿਲਾਫ। ਸੈਕਟਰੀ ਨੇ ਕਦੀ ਮੂੰਹ ਤੋਂ ਕੁਝ ਬੋਲਿਆ ਹੋਵੇ। ਅੱਜ ਏਡੀਸੀ ਮੈਡਮ ਨੇ ਥੋੜੇ ਜਿਹਾ ਕੰਮ ਕਰਨਾ ਚਾਹ ਰਹੇ ਨੇ, ਲੇਕਿਨ ਉਹ ਵੀ ਉਹਨਾਂ ਦੇ ਵੀ ਹੱਥ ਬੰਨੇ ਹੋਏ ਨੇ। ਕੋਮਲ ਮਿੱਤਲ ਜੀ ਕੰਮ ਕਰ ਰਹੇ ਆ ਬਹੁਤ ਵਧੀਆ ਢੰਗ ਨਾਲ, ਕੋਸ਼ਿਸ਼ ਕਰ ਰਹੇ ਆ, ਲੇਕਿਨ ਉਹਨਾਂ ਦੇ ਵੀ ਪੈਰਾਂ 'ਚ ਬੇੜੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਆ। ਮੇਰੇ ਕੋਲ ਇੱਕ ਲੈਟਰ ਐਸੇ ਵੀ ਸਾਰੇ ਲੈਟਰ ਪਏ ਨੇ ਜਿਹੜੇ ਸੈਕਟਰੀ ਨੇ ਗਵਰਨਮੈਂਟ ਪੰਜਾਬ, ਕਿਉਂਕਿ ਇੱਕ ਸੈਕਟਰੀ ਆ, ਉਸ ਡਿਪਾਰਟਮੈਂਟ ਦਾ ਸੈਕਟਰੀ ਮਾਲਕ ਹੁੰਦਾ, ਉਸਨੇ ਈਓ ਨੂੰ ਲਿਖਿਆ ਕਿ ਇਹ ਜਿਹੜੀਆਂ ਬਿਲਡਿੰਗਾਂ ਬਣ ਰਹੀਆਂ ਨੇ, 7 ਸਪੈਸ਼ਲ ਨਾਮ ਲਿਖਿਆ ਉਹਦੇ 'ਚ, ਇੱਕ ਇਹ ਬਿਲਡਿੰਗ 2 ਹੈ, ਮੇਰੇ ਕੋਲ ਸਾਰੀ ਲਿਸਟਾਂ ਪਈਆਂ, ਲਿਸਟਾਂ ਦੇ ਨਾਮ ਦਿੱਤੇ ਕਿ ਇਹ ਬਿਲਡਿੰਗਾਂ ਗਲਤ ਬਣ ਰਹੀਆਂ ਨੇ, ਇਹਦੇ ਅੰਦਰ ਇਹ ਗਲਤ ਬਣਿਆ, ਇਹਦੀ ਬਹੁਤ ਕੁਝ ਗਲਤ ਲਿਖਿਆ ਉਹਨਾਂ ਨੇ ਸਪੈਸ਼ਲ। ਔਰ ਇਹਦੇ ਜਿਹੜੇ ਦੋਸ਼ੀ ਨੇ ਅਧਿਕਾਰੀ, ਉਹਨਾਂ ਦੇ ਨਾਮ ਲਿਖ ਕੇ ਭੇਜੋ। ਅੱਜ 2 ਸਾਲ ਹੋ ਗਏ, ਕਿਸੇ ਦਾ ਨਾਮ ਨਹੀਂ ਭੇਜਿਆ। ਉਹ ਬਿਲਡਿੰਗਾਂ ਉਵੇਂ ਚੱਲ ਰਹੀਆਂ ਨੇ, ਉਹਦੀਆਂ ਰਜਿਸਟਰੀਆਂ ਹੋ ਰਹੀਆਂ ਨੇ, ਔਰ ਅਸੀਂ ਮੇਰੇ ਖਿਆਲ 'ਚ 20 ਕੰਪਲੇਂਟ ਦਾ ਮੈਂ ਕਰ ਚੁੱਕਿਆ, ਇਹ ਕੁਛ ਵੀ ਨਹੀਂ ਕਰ ਪਾ ਰਹੇ। ਔਰ ਇਹਨਾਂ ਦਾ ਇੱਕੋ ਜਿਹੜਾ ਜ਼ੋਰ ਇਹ ਚੱਲਿਆ ਕਿ ਬਿਲਡਰਾਂ ਨੇ ਰਲ ਕੇ ਸੁਖਦੇਵ ਨੂੰ ਜਿਹੜਾ ਹੈ ਜੇਲ੍ਹ 'ਚ ਪਾ ਦਿਓ, ਇਹਦੇ 'ਤੇ ਪਰਚੇ ਕਰਾ ਦਿਓ, ਕਦੀ ਹਰਿਆਣੇ 'ਚ ਪਰਚਾ, ਕਦੀ ਪੰਜਾਬ 'ਚ ਪਰਚਾ, ਪਰਚੇ ਇਹਨਾਂ ਨੂੰ ਇਹ ਲੱਗਦਾ ਸ਼ਾਇਦ ਦੱਬ ਜਾ। ਪਰ ਅਸੀਂ, ਜਿਵੇਂ ਮੈਂ ਤੁਹਾਨੂੰ ਦੱਸਿਆ, ਕਿ ਇਸ ਤਾਂ ਦੂਨ ਸਵਾਏ ਹੋ ਗਏ, ਸਾਡੇ ਨਾਲ ਅੱਜ ਪੂਰੀ ਜਨਤਾ ਜੁੜ ਗਈ ਸ਼ਹਿਰ ਦੀ, ਕਿਉਂਕਿ ਉਹਨਾਂ ਨੂੰ ਪਤਾ ਸੀ ਜਿਹੜਾ ਇਹਨਾਂ ਨੇ ਕੇਸ ਬਣਵਾਇਆ ਉਹ ਬੜਾ ਐਸਾ ਸੀ ਕਿ ਲੋਕਾਂ ਨੂੰ, ਸਭ ਨੂੰ ਵਿਸ਼ਵਾਸ ਹੈ ਕਿ ਇਹੋ ਜਿਹੇ ਕੰਮਾਂ 'ਚ ਅਸੀਂ ਦੂਰ ਵੀ ਨਹੀਂ, ਕਿਤੇ ਨੇੜੇ ਤੇੜੇ ਵੀ ਨਹੀਂ ਅਸੀਂ ਟੁੱਕਦੇ ਇਸ ਗੱਲ ਦੀ। ਤੇ ਉਹ ਲੋਕਾਂ ਦਾ ਬੜਾ ਪਿਆਰ ਮਿਲਿਆ ਜਿਵੇਂ ਆਇਆ। ਔਰ ਕੱਲ ਇੱਥੇ ਪੂਰਾ ਆਫਿਸ ਭਰਿਆ ਰਿਹਾ, ਲੋਕ ਆਉਂਦੇ ਰਹੇ, ਫੋਨ ਆਉਂਦੇ ਰਹੇ ਕਿ ਸੁਖਦੇਵ ਜੀ ਅਸੀਂ ਤੁਹਾਡੇ ਨਾਲ ਖੜੇ ਹਾਂ। ਉਹ ਜਿਹੜੇ ਮੁਹਿੰਮ ਤੁਸੀਂ ਚੱਕਿਆ, ਇਹ ਲੋਕ ਤਾਂ ਤੁਹਾਡੇ ਕੋਸ਼ਿਸ਼ ਕਰਨਗੇ। ਤਾਂ ਨਿੱਕੇ ਨਿੱਕੇ ਕੰਢੇ ਨੇ, ਮੈਂ ਜਿਹੜੀ ਆ ਨਿੱਕੇ ਜਿਹੇ ਕੇਸ ਪਾਣੇ, ਇਹ ਤਾਂ ਮੈਂ ਸਮਝਦਾ ਕਿ ਇਹ ਤਾਂ ਬਹੁਤ ਵੱਡਾ ਦਰਿਆ ਪਾਰ ਕਰਨਾ, ਇਹਦਾ ਕੰਢਾ ਜਿਹਾ। ਅਸੀਂ ਅਗਰ ਇਹ ਛੋਟੇ ਜਿਹੇ ਕੰਢੇ ਚੁੱਭਣ ਤੋਂ ਬਹਿ ਥੋੜ੍ਹ ਸਕਦੇ ਹਾਂ, ਇਹ ਤਾਂ ਦਰਿਆ ਪਾਰ ਕਰਨਾ ਹਜੇ ਬਹੁਤ ਵੱਡਾ ਦਰਿਆ। ਇਹ ਮਗਰਮੱਛ ਹੈ, ਇਹਨਾਂ ਨੂੰ ਖਤਮ ਕਰਕੇ ਛੱਡਾਂਗੇ, ਭਜਾ ਕੇ ਛੱਡਾਂਗੇ ਇੱਥੋਂ ਦੀ। ਬਹੁਤ ਲੰਮਾ ਟਾਈਮ ਨਹੀਂ ਹੋਣੇਗਾ, ਬਹੁਤ ਲੰਮਾ ਟਾਈਮ ਸੰਘਰਸ਼ ਕਰ ਲਿਆ, ਹੁਣ ਬਹੁਤ ਛੋਟਾ ਜਿਹਾ ਟਾਈਮ ਪਿਆ। ਇਹਨਾਂ ਨੂੰ ਭਜਾ ਕੇ ਇੱਥੋਂ ਦੀ ਕੱਢਾਂਗੇ। ਕੋਈ ਵੀ ਨਕਲੀ ਬਿਲਡਰ, ਕੋਈ ਵੀ ਨਕਲੀ ਅਫਸਰ, ਕੋਈ ਵੀ ਕਰਪਟ ਜਿਹੜਾ ਅਫਸਰ ਹੈ, ਉਹਨੂੰ ਅਸੀਂ ਕੋਸ਼ਿਸ਼ ਕਰਾਂਗੇ ਇੱਥੇ ਰਹਿਣ ਦੀ, ਚਾਹੇ ਉਹ ਕਿਸੇ ਵੀ ਡਿਪਾਰਟਮੈਂਟ ਦਾ। ਤੁਸੀਂ ਗੱਲ ਕੀਤੀ, ਮੈਂਸ਼ਨ ਕੀਤਾ ਕਿ ਈਓ ਦੀ ਜਿਹੜੀ ਹੈਗੀ, ਈਓ ਸਾਹਿਬ ਹੈਗੇ, ਉਹਨਾਂ ਦੇ ਸਿੱਧੇ ਕਨੈਕਸ਼ਨ ਹੈਗੇ ਸੀਐਮ ਦੇ ਨਾਲ ਤੱਕ ਵੀ। ਤੇ ਜੇਕਰ ਸਾਡੇ ਤੇ ਸੂਬੇ ਦੇ ਸੀਐਮ ਸਾਹਿਬ ਵੀ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦੇ ਆ, ਤੇ ਫਿਰ ਜਨਤਾ ਜਿਹੜੀ ਹੈਗੀ ਆ, ਜਿੱਦਾਂ ਹੁਣ ਤੁਸੀਂ ਆ, ਕਿਹਦੇ ਕੋਲ ਪੁਕਾਰ ਲੈ ਕੇ ਜਾਵਾਂਗੇ? ਕੋਈ ਪੁਕਾਰ ਨਹੀਂ, ਕੋਰਟ ਤੋਂ ਇਲਾਵਾ ਕੋਈ ਪੁਕਾਰ। ਸਾਡਾ ਲੱਗਦਾ ਹੈ ਕਿ ਕੋਰਟ ਜਿਹੜੀ ਹੈਗੀ ਆ, ਤੁਹਾਡੀਆਂ ਫਰਿਆਦਾਂ ਜਿਹੜੀਆਂ ਹੈਗੀਆਂ, ਤੁਹਾਡੀ ਪੁਕਾਰ ਜਿਹੜੀ ਹੈਗੀ ਆ, ਉਹ ਸੁਣੂਗੀ, ਜ਼ਰੂਰ ਸੁਣਦੀ। ਦੇਖੋ, ਕੋਰਟ ਦੇ ਵਿੱਚ ਨਿਆਂ ਮਿਲਿਆ, ਹਮੇਸ਼ਾ ਮਿਲਿਆ, ਲੇਕਿਨ ਇਹ ਇੱਕ ਥੋੜੀ ਜਿਹੀ, ਚਲੋ ਅਸੀਂ ਕਹਿੰਦੇ ਹਾਂ ਕਿ ਉਹਦੀ ਪ੍ਰੋਸੈਸ ਲੰਬਾ ਹੈ ਥੋੜਾ ਜਿਹਾ ਕੋਰਟ ਦੇ ਵਿੱਚ, ਕਿਉਂਕਿ ਮਸਲੇ ਜ਼ਿਆਦਾ ਨੇ, ਜੱਜਿਸ ਜਿਹੜੇ ਨੇ ਘੱਟ ਨੇ, ਉਸ ਕਰਕੇ ਜੋ ਵੀ ਉਹਨਾਂ ਟੈਕਨੀਕਲੀ ਗੱਲ, ਮੈਂ ਉਹਨਾਂ ਦਾ ਉਹ ਮੈਟਰ ਹੈ, ਟਾਈਮ ਬਹੁਤ ਲੱਗ ਜਾਂਦਾ। ਜਿਹੜਾ ਕੰਮ ਅਸੀਂ ਇੱਕ ਸਟੇ ਮੰਗ ਰਹੇ ਹਾਂ ਕਿ ਇੱਕ ਬਿਲਡਿੰਗ ਬਣ ਰਹੀ ਹੈ, ਇਹਦੀ ਰਜਿਸਟਰੀਆਂ ਦੇ ਸਟੇ ਕਰ ਦਿਓ, ਲੋਕ ਮਰ ਰਹੇ ਨੇ, ਉਹਦੀ ਸੁਣਵਾਈ ਦੇ ਵਿੱਚ ਹੀ ਤੇ 2 ਸਾਲ ਲੱਗ ਜਾਂਦੇ, ਉਦੋਂ ਤੱਕ ਉਹ ਰਜਿਸਟਰੀਆਂ ਲੋਕ ਵਸ ਵੀ ਜਾਂਦੇ ਨੇ, ਕੋਰਟ ਦੀਆਂ ਡੇਟਾਂ ਹੀ ਪੈਂਦੀਆਂ ਰਹਿੰਦੀਆਂ ਨੇ, ਸਿਰਫ ਕੋਰਟ। ਲੇਕਿਨ ਐਂਡ ਦੇ ਵਿੱਚ ਕੋਰਟ ਤੋਂ ਨਿਆਂ ਜ਼ਰੂਰ ਮਿਲਦਾ ਹੈ। ਕੋਰਟ ਹੀ ਇੱਕ ਐਸਾ ਹੈ ਸਾਨੂੰ ਨਿਆਂ ਮਿਲਦਾ ਹੈ, ਨਹੀਂ ਤਾਂ ਇਹ ਕਰਪਸ਼ਨ ਜਿਹੜੀ ਹੈ, ਇਹ ਕਰਪਟ ਸਿਸਟਮ ਪੰਜਾਬ ਦਾ ਜਿਹੜਾ ਇਹਨਾਂ ਨੇ ਗਾਲਤਾ। ਮੈਂ ਤਾਂ ਜਦੋਂ ਦੇਖਦਾ, ਜਿਹਨੂੰ ਮਿਲਦੇ ਹਾਂ, ਕਿ ਇਕੱਲਾ ਇੱਕ ਡਿਪਾਰਟਮੈਂਟ, ਲੋਕਲ ਬਾਡੀ ਦੀ ਗੱਲ ਕਰ ਰਹੇ ਹਾਂ, ਹਜ਼ਾਰਾਂ ਕਰੋੜ ਰੁਪਏ ਰੋਜ਼ ਦਾ ਘਪਲਾ ਹੋ ਰਿਹਾ। ਜਿਹੜਾ ਸਾਡਾ ਪੰਜਾਬ ਸੀ, ਐਡਾ ਸੋਹਣਾ ਪੰਜਾਬ, ਔਰ ਇੰਨਾ ਸਵਸਥ ਪੰਜਾਬ ਬਣ ਸਕਦਾ ਹੈ, ਹਰ ਸਹੂਲਤ ਹੋ ਸਕਦੀ ਹੈ। ਕੋਈ ਇਹਨਾਂ ਨੂੰ ਸਵਾਸਥ ਨਾਲ, ਸਿੱਖਿਆ ਨਾਲ, ਕੋਈ ਹੈ ਐਜੂਕੇਸ਼ਨ। ਮੈਨੂੰ ਚਾਹੇ 2 ਦਿਨ ਹੀ ਜੇਲ੍ਹ ਜਾਣਾ ਪਿਆ, ਮੈਂ ਉੱਥੇ ਜਦੋਂ ਜਾ ਕੇ ਵੇਖਿਆ ਤਾਂ ਨਸ਼ੇ ਵਿੱਚ 80% ਉੱਥੋਂ ਦਾ ਯੰਗ ਜਿਹੜਾ ਅਸੀਂ ਦੇਖਿਆ ਸੀ, ਨਸ਼ਿਆਂ 'ਚ ਫਿਰਦਾ ਵਿਚਾਰਾ, ਨਸ਼ੇ ਮਾਰ ਰੱਖੇ ਨੇ, ਨਸ਼ੇ ਹੀ ਲਾਏ ਇਹਨਾਂ ਨੂੰ। ਕੋਈ ਚਿੱਟਾ ਪੀ ਰਿਹਾ, ਕੋਈ ਪੀ ਰਿਹਾ, ਸੁਰ ਪੀ ਰਿਹਾ, ਵਿਚਾਰੇ ਉੱਥੇ ਸਾਰਾ, ਮਤਲਬ ਉਹ ਜਿਹਨੂੰ ਪੁੱਛਿਆ ਨਸ਼ਿਆਂ 'ਚ ਆਏ ਹੋਏ ਸੀ ਅੰਦਰ। ਤੇ ਬੜਾ ਦੁੱਖ ਹੋਇਆ ਵੀ ਇਹ ਜਵਾਨੀ ਸਾਡੀ ਪੰਜਾਬ ਦੀ ਇਹਨਾਂ ਨੇ ਮਾਰਤੀ, ਕਿਉਂਕਿ ਇਹਨਾਂ ਦਾ ਧਿਆਨ ਨਹੀਂ ਚਿੱਟੇ ਵੇਚਣ 'ਚ, ਨਸ਼ੇ ਵੇਚਣ 'ਚ ਕੋਈ ਕੰਟਰੋਲ ਨਹੀਂ ਇਹਨਾਂ ਦਾ। ਤੇ ਬੜੀ ਮੈਂ ਮਤਲਬ ਵੀ ਐਡੀ ਕਰਪਸ਼ਨ ਵੀ ਹੋ ਸਕਦੀ, ਗੰਦਗੀ ਆਪਦੇ ਬੱਚਿਆਂ ਨੂੰ ਖਵਾ ਰਹੇ ਨੇ, ਬਹੁਤ ਮਤਲਬ ਲਾਹਨਤ ਹੀ ਪਾਉਂਦੇ ਇਹਨਾਂ ਨੂੰ। ਲਾਹਨਤ ਤਾਂ ਪੈਣੀਆਂ ਨੇ, ਕੋਰਟ 'ਚ ਪੈਣਗੀਆਂ, ਇਹ ਕਰਪਟ ਜਿਹੜੀ ਸਰਕਾਰ 'ਚ ਨਹੀਂ ਪੈਣੀ। ਹੁਣ ਤੁਹਾਡਾ ਕੀ ਹੈਗਾ ਆ, ਜਿੱਦਾਂ ਹੁਣ ਜਿਹੜੇ ਜੋ ਵੀ ਇਲੀਗਲ ਕੰਮ ਚੱਲ ਰਿਹਾ, ਕਿਉਂਕਿ ਹੁਣ ਟਾਈਮ ਹੈ, ਜਿੱਦਾਂ ਤੁਸੀਂ ਵੀ ਕਿਹਾ ਕਿ ਇਲੈਕਸ਼ਨ ਆਉਣ ਵਾਲੇ ਹੈਗੇ ਆ, ਪ੍ਰਸ਼ਾਸਨ ਜਿਹੜਾ ਆਪਾਂ ਜੇ ਕਹਿ ਲਈਏ ਕਿ ਜੋ ਵੱਡੇ ਅਹੁਦਿਆਂ ਵਾਲੇ ਆ, ਸੀਐਮ ਤੱਕ ਜੇ ਤੁਸੀਂ ਆਪਣੀ ਆਵਾਜ਼ ਉਠਾ ਕੇ ਲੈ ਕੇ ਜਾਣੀ ਆ, ਕੀ ਹੈਗੀ ਆ ਨੈਕਸਟ ਤੁਹਾਡੀ ਰਣਨੀਤੀ? ਸੀਐਮ ਤੱਕ ਵੀ ਸਾਨੂੰ ਕੁਝ ਨਹੀਂ ਨਜ਼ਰ ਆ ਰਿਹਾ। ਸਹੀ ਦੱਸੀਏ, ਅਸੀਂ ਲੈਟਰਬਾਜ਼ੀ ਕਰ ਰਹੇ ਹਾਂ, ਲੋਕਾਂ ਤੋਂ ਦਬਾ ਰਹੇ ਹਾਂ, ਤਾਂ ਕਿ ਕੋਰਟ ਦੇ ਵਿੱਚ ਸਾਨੂੰ ਇਹ ਨਾ ਕੋਰਟ ਕਵੇ ਕਿ ਤੁਸੀਂ ਇਹਨਾਂ ਤੱਕ ਅਪੀਲ ਨਹੀਂ ਕੀਤੀ। ਅਸੀਂ ਬਿਲਡਿੰਗ ਇੰਸਪੈਕਟਰ, ਲੋਕਲ ਬਾਡੀ ਦੀ ਗੱਲ ਕਰਨੀ, ਬਿਲਡਿੰਗ ਇੰਸਪੈਕਟਰ, ਅਸੀਂ ਈਓ ਨੂੰ, ਅਸੀਂ ਏਡੀਸੀ ਮੈਮ ਨੂੰ,
ਅਸੀਂ ਅਜੋਏ ਸਿਨਹਾ ਜੋ ਸੈਕਟਰੀ ਨੇ ਉਹਨੂੰ, ਸੀਐਮ ਸਾਹਿਬ ਨੂੰ, ਕੈਬਨਿਟ ਮਿਨਿਸਟਰ ਨੂੰ, ਅਸੀਂ ਇਹਨਾਂ ਨੂੰ 6 ਦੇ 6 ਨੂੰ ਲਗਾਤਾਰ ਲੈਟਰ ਪਾਏ ਜਾ ਰਹੇ ਹਾਂ। ਇਕੱਲਾ ਮੈਂ ਨਹੀਂ ਪਾ ਰਿਹਾ, ਹੋਰ ਸਾਡੀਆਂ ਟੀਮਾਂ ਦੇ ਲੋਕ, ਹੋਰ ਰੈਜ਼ੀਡੈਂਟ ਨੇ ਜਿਹੜੇ ਦੁਖੀ ਨੇ, ਸਭ ਲੈਟਰ ਪਾ ਰਹੇ ਨੇ। ਮੇਰੇ ਖਿਆਲ ਦੇ ਵਿੱਚ ਰੋਜ਼ ਦੇ 10-10 15-15 ਲੈਟਰ ਰੋਜ਼ ਦੇ ਜਾ ਰਹੇ ਨੇ। ਹਜ਼ਾਰੋਂ ਲੈਟਰ ਇਹਨਾਂ ਕੋਲ ਪਿਆ, ਲੇਕਿਨ ਕੋਈ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਹੋ ਰਹੀ। ਸਾਡਾ ਇਹ ਸਾਰਾ ਕੁਝ ਕੰਮ ਜਿਹੜਾ ਕੋਰਟ 'ਚ ਆਉਣਾ, ਔਰ ਕੋਰਟ ਇਹਨਾਂ ਨੂੰ ਘਸੀਟੇਗੀ, ਚੰਗਾ ਤਸੱਲੀ ਕਰਾਏਗੀ ਇਹਨਾਂ ਦੀ। ਠੀਕ ਹੈ, ਇੱਕ ਸਮਾਂ ਹੁੰਦਾ ਕਈ ਵਾਰੀ, ਕੋਰਟ ਦੀ ਪ੍ਰਕਿਰਿਆ ਥੋੜੀ ਲੰਬੀ ਹੈ, ਲੇਕਿਨ ਸਾਨੂੰ ਵਿਸ਼ਵਾਸ ਹੈ ਪੂਰਾ ਕੋਰਟ ਤੇ। ਕੋਰਟ ਇਹਨਾਂ ਦੇ ਹਰ ਤਰੀਕੇ ਦੀ, ਇਹਨਾਂ ਦੇ ਕੋਈ ਅਸੀਂ ਕਸਰ ਨਹੀਂ ਛੱਡਣੀ। ਜਿਹੜੇ ਵੀ ਦੋਸ਼ੀ ਅਧਿਕਾਰੀ ਨੇ, ਜਿਹੜੇ ਦੋਸ਼ੀ ਅਫਸਰ ਨੇ, ਅਸੀਂ ਲਿਖ ਰਹੇ ਹਾਂ, ਹਰ ਪੇਪਰ ਤਿਆਰ ਕਰ ਰਹੇ ਹਾਂ, ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ। ਉਹਨਾਂ ਦੀਆਂ ਪ੍ਰਾਪਰਟੀਆਂ ਦੀ ਸਰਚ ਕਰਾਵਾਂਗੇ, ਕਿੱਥੇ ਕਿੱਥੇ ਉਹਨਾਂ ਦੀਆਂ ਪ੍ਰਾਪਰਟੀਆਂ ਨੇ। ਅਗਰ ਉਹਨਾਂ ਦਾ ਬੇਟੇ ਦੇ ਵਿਆਹ ਹੋ ਗਿਆ, ਬੇਟੀ ਦਾ ਵਿਆਹ ਹੋਇਆ, ਉਸ ਵਿਆਹ ਤੇ ਕਿੰਨਾ ਪੈਸਾ ਲੱਗਿਆ, ਕਿੱਥੋਂ ਆਇਆ, ਉਹਦੇ ਬੱਚੇ ਬਾਹਰ ਪੜਨ ਗਏ ਨੇ ਜਾਂ ਉਹਦੇ ਇੱਥੇ ਕਿੱਥੇ ਫੈਕਟਰੀਆਂ ਨੇ, ਕੀ ਹਰ ਚੀਜ਼ ਦੀ 1-1 ਰੁਪਏ ਦੀ ਕਰਾਵਾਂਗੇ। ਜਿੰਦੀ ਲੱਖ ਰੁਪਏ ਤਨਖਾਹ ਹੈ, ਉਹਦੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਐਡੇ ਵੱਡੇ ਅਫਸਰਾਂ ਦਾ, ਕਾਰਾਂ ਦੇ ਵਿੱਚ, ਗੱਡੀਆਂ 'ਚ। ਅਗਰ ਉਹਦੇ ਘਰੇ ਉਹਦੇ ਫੈਕਟਰੀ ਲਾਤੀ, ਉਹਨੇ ਬੱਚੇ ਨੂੰ ਬਾਹਰ ਭੇਜਿਆ, ਤਾਂ ਅਸੀਂ ਸਾਰੀਆਂ ਇਨਕੁਆਰੀਆਂ ਕਰਾਵਾਂਗੇ। ਲੇਕਿਨ ਇੱਕ ਚੰਗੀ ਸਰਕਾਰ ਦੀ, ਕੋਈ ਚੰਗੀ ਸਰਕਾਰ ਆ ਜਾਏ ਇਮਾਨਦਾਰ, ਜਾਂ ਫਿਰ ਅਸੀਂ ਕੋਰਟ ਦਾ ਸਹਾਰਾ ਲਵਾਂਗੇ। ਇਸ ਦੋਨੋਂ ਸਾਰਿਆਂ ਨਾਲ ਅਸੀਂ ਜ਼ਰੂਰ ਕਰਾਂਗੇ। ਬਾਕੀ ਮੁੱਖ ਮੰਤਰੀ ਵੱਲ ਤਾਂ ਅਸੀਂ ਲੈਟਰ ਪਾਈ ਜਾਂਦੇ ਹਾਂ, ਕੋਈ ਉੱਥੋਂ ਕੁਝ ਨਹੀਂ ਹੋ ਰਿਹਾ। ਤੇ ਉਹੀ ਤਾਂ ਹੈਗਾ ਕਿ ਜੇਕਰ ਆਪਾਂ ਗੱਲ ਕਰੀਏ ਕਿ ਲੋਕ ਜਿਹੜੇ ਪਿੰਡਾਂ ਤੋਂ ਉੱਠ ਕੇ ਆਣ ਕੇ ਸ਼ਹਿਰਾਂ ਦੇ ਵਿੱਚ ਵਸਦੇ ਆ, ਜਾਂ ਸ਼ਹਿਰਾਂ ਦੇ ਵਿੱਚ ਸੁਸਾਇਟੀਜ਼ ਵਿੱਚ ਫਲੈਟਸ ਲੈਂਦੇ ਆ, ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਕੋਲ ਨੌਲੇਜ ਨਹੀਂ ਹੈਗੀ ਸ਼ਹਿਰਾਂ ਦੀ। ਬਟ ਜਿਹੜੇ ਇੰਨੇ ਪੜ੍ਹ ਲਿਖ ਕੇ ਆਹ ਕੁਝ ਸਹੀ ਜਾਂਦੇ, ਫਿਰ ਤਾਂ ਆਪਾਂ ਜੇ ਕਹਿ ਲਈਏ ਕਿ ਹਾਂ ਬਿਲਕੁਲ ਜੀ, ਪੜ੍ਹੇ ਲਿਖੇ। ਮੈਂ ਕਹਿੰਦਾ ਕਿ ਪੜ੍ਹਿਆ ਲਿਖਿਆ ਕਿਹਨੂੰ, ਭਗਤ ਸਿੰਘ ਨੂੰ ਕਿੰਨਾ ਕਹੋਗੇ ਪੜ੍ਹਿਆ ਲਿਖਿਆ? ਕਿਸੇ ਨੂੰ ਪਤਾ ਕਿੰਨਾ ਪੜ੍ਹਾਈ ਸੀ ਉਹਦੀ, ਕੀ ਪੜ੍ਹਿਆ ਸੀ ਉਹਦਾ? ਪੜ੍ਹਾਈ ਅਸੀਂ ਕਿਸ ਚੀਜ਼ ਦੀ ਕਰਦੇ ਹਾਂ? ਅਸੀਂ ਕਹਿੰਦੇ ਕਿ ਬੰਦਾ ਬਹੁਤ ਪੜ੍ਹਿਆ ਲਿਖਿਆ ਹੈ। ਪੜ੍ਹੇ ਲਿਖੇ ਦਾ ਮਤਲਬ, ਜੇਕਰ ਮੈਂ ਆਪਦੀ ਗੱਲ ਕਰਾਂ, ਮੈਂ 5 MA ਕਰ ਰੱਖੀਆਂ ਨੇ, ਮੈਂ ਇੰਨੀਆਂ ਮੈਂ ਆਪਦੀਆਂ ਪੜ੍ਹਾਈਆਂ ਕਰ ਰੱਖੀਆਂ ਨੇ। ਜੇ ਮੈਂ ਆਪਦਾ ਕੰਮ ਕਰਪਸ਼ਨ ਦੇ ਵਿੱਚ ਕਰ ਰਿਹਾ, ਮੈਂ ਆਪਦੀ ਡਿਊਟੀਆਂ ਗੰਦੇ ਢੰਗ ਨਾਲ ਨਿਭਾ ਰਿਹਾ, ਫਿਰ ਮੈਨੂੰ ਕੀ ਧੋਖਾ ਹੈ? ਮੇਰੀ ਕਿਹੜੀ ਪੜ੍ਹਾਈ ਹੈ ਫਿਰ ਇਹ? ਜੇ ਇਹ ਅਫਸਰ ਹੈ ਜਿਹੜੇ ਰਹਿ ਰਹੇ ਹੈ, ਮੰਨ ਲਓ ਇੱਕ ਮੈਂ ਮੋਤੀਆ ਸਿਟੀ, ਰੋਇਲ ਮੋਤੀਆ ਸਿਟੀ ਦੀ ਗੱਲ ਕਰਾਂ, ਸਪੈਸੀਫਿਕ ਨਾਮ ਲੈ ਰਿਹਾ ਮੈਂ, ਉਹਦੇ ਵਿੱਚ 500 ਫੈਮਲੀਆਂ ਹੋਣਗੀਆਂ, 400-300 ਫੈਮਲੀਆਂ ਹੋਣਗੀਆਂ, ਉਹਨਾਂ 'ਚੋਂ ਕਹਿੰਦੇ ਨੇ ਸਾਰੇ ਅਸੀਂ ਪੜ੍ਹੇ ਲਿਖੇ ਹਾਂ। ਤੁਹਾਡੇ ਯਾਰ ਫਲੈਟਾਂ ਦੇ ਦਰਵਾਜ਼ਿਆਂ ਦੇ ਅੱਗੇ ਉਹਨੇ ਇੱਕ ਟਾਵਰ ਖੜਾ ਕਰ ਲਿਆ, ਪਾਰਕ ਤੁਹਾਡੀ ਖਤਮ ਕਰਕੇ, ਤੁਸੀਂ WhatsApp ਤੇ ਪਾ ਰਹੇ ਹੋ ਗਲਤ ਕਰ ਦਿਆ ਇਸਨੇ, ਇਹ ਗਲਤ ਕਰ ਰਹਾ ਹੈ, ਇਸਕੋ ਐਸੇ ਕਰੋ ਕਿਆ ਕੌਣ ਕਰੇ? ਤੁਸੀਂ ਇੱਕ ਉਤਰ ਕੇ ਥੱਲੇ ਆਫਿਸ ਤੱਕ ਨਹੀਂ ਆ ਸਕਦੇ। ਮੈਨੂੰ 3 ਵਾਰੀ ਮੀਟਿੰਗ 'ਚ ਬੁਲਾਇਆ, 10 ਤੋਂ ਵੱਧ ਬੰਦੇ ਨਹੀਂ ਆਏ। 300 ਦੇ ਫੈਮਲੀਆਂ ਵਾਲੇ, ਤੁਹਾਡਾ ਘਰ ਖਰਾਬ ਕਰਤਾ ਉਹਨਾਂ ਨੇ, ਤੁਸੀਂ ਹਾਈ ਕੋਰਟ ਤੱਕ ਨਹੀਂ ਜਾ ਰਹੇ। ਡਾਲेंगे ਸਿਰਫ ਇਹ ਕਿਤੇ 100 ਰੁਪਏ ਨਾ ਦੇਣਾ ਪੈ ਜੇ, ਜਿਹਦੇ 500 ਮੰਗਣਗੇ ਵੀ 500 ਵਕੀਲ ਦੀ ਫੀਸ ਹੈ। ਉਹ ਵਿਚਾਰੇ ਜਿਹੜੇ ਨੇ RW ਵਾਲੇ ਕੁਝ ਨਹੀਂ ਕਰ ਪਾ ਰਹੇ। ਉਹ ਸਾਨੂੰ ਕਹਿੰਦੇ ਸੁਦੇਵ ਜੀ ਕੀ ਕਰੀਏ? ਮੈਂ ਕਿਹਾ ਵਕੀਲ ਅਸੀਂ ਦੇ ਦਿੰਦੇ ਹਾਂ, ਫ੍ਰੀ 'ਚ ਤੁਹਾਨੂੰ ਵਕੀਲ ਦੇ ਦਿੰਦੇ ਹਾਂ, ਘੱਟੋ ਘੱਟ ਇਹਨਾਂ ਨੂੰ ਸਬਕ ਤਾਂ ਸਿਖਾਓ ਨਾ। ਫਿਰ ਉੱਥੇ ਗੱਲ ਆ ਜਾਂਦੀ ਹੈ ਕਿ ਪਬਲਿਕ ਜਿਹੜੀ ਹੈ ਕਿ ਆਪ ਹੀ ਨਹੀਂ ਕੁਝ ਕਰਨਾ ਚਾਹੁੰਦੀ, ਤੇ ਫਿਰ ਇਹ ਆ ਕਿ ਇਸ ਗੰਦਗੀ ਦੇ ਵਿੱਚ ਰਹਿਣਾ ਸ਼ਾਇਦ ਉਹਨਾਂ ਨੂੰ ਮਨਜ਼ੂਰ ਹੋਊਗਾ। ਮੈਂ ਦੇਖੋ, ਅਸੀਂ ਜੇ ਆਪਦੀ ਗੱਲ ਕਰੀਏ, ਜੁਆਇੰਟ ਐਕਸ਼ਨ ਕਮੇਟੀ ਦੇ ਅੱਜ ਬਹੁਤ ਕ੍ਰਾਂਤੀਕਾਰੀ ਲੋਕ ਜੁੜ ਗਏ। ਸਾਡੀ ਕੱਲ ਦੀ ਮੀਟਿੰਗ ਵਿੱਚ ਸਾਰੇ ਨਵੇਂ ਬੰਦੇ ਆਏ, ਮੈਂ ਤੁਹਾਨੂੰ ਫੋਟੋ ਵੀ ਸ਼ੇਅਰ ਕਰਾਂਗਾ। ਉਹਨਾਂ ਦੇ ਵਿੱਚ ਇੰਨਾ ਕੁ ਜਜ਼ਬਾ ਹੈ ਵਧੀਆ, ਲੋਕਾਂ ਨੂੰ ਮੰਨ ਲਓ ਨਹੀਂ ਚਾਹੀਦਾ। ਉਹ ਕਹਿੰਦੇ ਸੜਕਾਂ ਟੁੱਟੀਆਂ ਤੁਰੇ ਫਿਰਦੇ ਨੇ, ਲੇਕਿਨ ਅਸੀਂ ਟੈਕਸ ਭਰ ਰਹੇ ਹਾਂ ਨਾ, ਅਸੀਂ ਟੈਕਸ ਭਰ ਰਹੇ ਹਾਂ। ਅਸੀਂ ਸਰਕਾਰਾਂ ਤੋਂ ਇਹ ਜਵਾਬ ਮੰਗਣਾ ਹੈ ਕਿ ਇਹ ਸੜਕਾਂ ਕਿਉਂ ਨਹੀਂ ਬਣ ਰਹੀਆਂ, ਸੀਵਰ ਲਾਈਨ ਕਿਉਂ ਨਹੀਂ ਪੈ ਰਹੀ, ਸਟਰੀਟ ਲਾਈਟਾਂ ਕਿਉਂ ਨਹੀਂ ਚੱਲ ਰਹੀਆਂ, ਅਵਾਰਾ ਪਸ਼ੂਆਂ ਨੂੰ ਤੁਸੀਂ ਕਿਉਂ ਨਹੀਂ ਫੜ ਰਹੇ, ਕਾਓ ਸੈਸ ਲਗਾ ਰਹੇ ਹੋ। ਜੇ ਇੱਕ ਬੰਦਾ ਰਜਿਸਟਰੀ ਕਰਾਉਣ ਜਾਂਦਾ ਹੈ, ਕਾਰ ਲੈਣ ਜਾਂਦਾ ਹੈ, ਮੋਟਰਸਾਈਕਲ ਲੈਣ ਜਾਂਦਾ ਹੈ, ਹਰੇਕ ਦੇ ਉੱਪਰ ਜੇਕਰ ਕਾਓ ਸੈਸ ਲੱਗਾ ਹੈ, ਉਹ ਕਾਓ ਸੈਸ ਕਿਸ ਵਾਸਤੇ ਹੈ? ਕਿ ਇਹਨਾਂ ਗਊਆਂ ਨੂੰ ਪਾਲਣ ਵਾਸਤੇ। ਗਊਆਂ ਦਾ ਅਵਾਰਾ ਫਿਰਦੀਆਂ ਨੇ, ਬਾਹਰ ਤੁਸੀਂ ਛੱਡ ਰੱਖੀਆਂ ਨੇ, ਤੇ ਤੁਸੀਂ ਉੱਥੇ ਕਾਓ ਸੈਸ ਲਗਾ ਰਹੇ ਹੋ। ਗੱਡੀਆਂ ਕਿੰਨੀਆਂ ਨੁਕਸਾਨ ਹੋ ਰਹੇ ਨੇ, ਸਾਡੀਆਂ ਧੀਆਂ ਭੈਣਾਂ ਸਕੂਟਰੀ ਦੇ ਵਿਚਾਰੀਆਂ ਕੋਈ ਨਵੀਆਂ ਸਿੱਖ ਰਹੀਆਂ ਨੇ, ਪਸ਼ੂ ਆ ਜਾਂਦਾ, ਪਸ਼ੂ ਚੱਕ ਕੇ ਮਾਰਦਾ, ਰੋਜ਼ ਆਪਾਂ YouTube ਤੇ ਦੇਖਦੇ ਹਾਂ। ਲੇਕਿਨ ਇਹਨਾਂ ਨੂੰ ਕੋਈ ਮਤਲਬ ਨਹੀਂ, ਇਹਨਾਂ ਦੀਆਂ ਸਿਰਫ ਜੇਬਾਂ। ਸ਼ਾਮ ਨੂੰ 5 ਵਜੇ 6-7 ਵਜੇ MC ਦੇ ਆਫਿਸ 'ਚ ਤੇ ਹੋਰ ਗੱਡੀਆਂ ਲੱਗ ਜਾਂਦੀਆਂ ਨੇ, ਟੈਚੀ ਪੈਸਿਆਂ ਵਾਲੇ ਟੈਚੀ ਨੇ ਜਿਹੜੇ, ਉਹ ਗੱਡੀਆਂ 'ਚ ਧਰੇ ਜਾਂਦੇ ਨੇ, ਉਹ ਆਪਦੇ ਰੂਟ ਫੜ ਲੈਂਦੇ ਨੇ। ਕੋਈ ਪਟਿਆਲੇ ਚੱਲਿਆ ਜੀ, ਤੇ ਕੋਈ ਇੱਧਰ ਚੱਲਿਆ ਜੀ, ਚੰਡੀਗੜ੍ਹ ਚੱਲਿਆ ਜੀ, ਰੁਪਈਏ ਜਾ ਰਹੇ ਬਸ, ਸਿਰਫ ਰੁਪਈਆਂ ਵੱਲ ਧਿਆਨ ਹੈ। ਅੱਜ ਰੁਪਈਏ ਕਿੰਨੇ ਆਏ ਨੇ, ਅੱਜ ਰੁਪਈਏ ਕਿੰਨੇ ਆਏ ਨੇ। ਅਸੀਂ ਇੰਤਕਾਲ ਦੀ ਵੀ ਗੱਲ ਕੀਤੀ ਪਿੱਛੇ, ਕਿ ਇੰਤਕਾਲ ਤੇ ਲੋਕਾਂ ਨੂੰ ਕਿਹਾ ਵੀ ਤੁਸੀਂ ਰਜਿਸਟਰੀਆਂ ਕਰਾਉਂਦੇ ਹੋ, ਇੰਤਕਾਲ ਦਾ ਪੈਸਾ ਇੱਕ ਵੀ ਨਾ ਦਿਓ, ਕਿਉਂਕਿ ਰਜਿਸਟਰੀ ਵਿੱਚ ਲਿਖਿਆ ਹੁੰਦਾ ਹੈ ਕਿ 600 ਰੁਪਏ ਤੁਹਾਡੇ ਇੰਤਕਾਲ ਦੇ ਲੈ ਗਏ ਨੇ। ਉਹ 600 ਰੁਪਏ ਲੱਗ ਚੁੱਕੇ ਨੇ, ਇੰਤਕਾਲ ਆਪੇ ਪਹੁੰਚੂਗਾ। ਲੇਕਿਨ ਫਿਰ ਵੀ ਲੋਕ ਉੱਥੇ 1500 ਜਾ ਕੇ ਪਟਵਾਰੀ ਨੂੰ ਦਿੰਦੇ ਨੇ। ਪਟਵਾਰੀ ਕਹਿੰਦਾ ਮੈਂ ਨਹੀਂ ਦਿੰਦਾ, ਐਵੇਂ 1500 ਦੇ ਪਹਿਲਾਂ। ਠੀਕ, ਇੱਕ ਵੀ ਬੰਦਾ ਜਾ ਕੇ ਉੱਥੇ ਨਹੀਂ ਕਹਿੰਦਾ ਵੀ ਆਹ 600 ਲਿਖਿਆ ਨਾ ਵਿੱਚ। ਉਹ ਅੱਗੋਂ ਕਹਿੰਦਾ ਲੈ ਲਈ। ਫਿਰ
ਨਾ ਭੇਜਣ, ਸਾਨੂੰ ਦੱਸਣ। ਸਾਡੇ ਕੋਲ ਲੋਕ ਲਿਸਟ ਬਣਾਉਣ ਕਿ ਅਸੀਂ ਇੰਤਕਾਲ ਵਾਸਤੇ 10 ਰਜਿਸਟਰੀਆਂ ਦਿੱਤੀਆਂ ਨੇ, ਇੰਤਕਾਲ ਨਹੀਂ ਆਇਆ, 1 ਹਫ਼ਤੇ ਦੇ ਅੰਦਰ ਤੁਹਾਡੇ ਘਰਾਂ 'ਚ ਨਾ ਪਹੁੰਚਾਵੇਂ ਤਾਂ ਦੱਸਿਓ। ਪਟਵਾਰੀ ਤਾਂ ਪੈਦਲ ਚੱਲ ਕੇ ਦੇ ਕੇ ਆਊਗਾ। ਅਸੀਂ ਜਨਤਾ ਹੀ ਇੰਨੀ ਨਿਕੰਮੀ ਹੋ ਚੁੱਕੀ ਹੈ, ਜਦੋਂ 70 ਲੱਖ ਦੀ ਰਜਿਸਟਰੀ ਕਰਾਉਂਦੀ ਏ ਉਹ ਕਹਿੰਦੀ ਚੱਲ 70-50 ਹਜ਼ਾਰ ਤਹਿਸੀਲਦਾਰ ਮੰਗਦਾ, ਦੇ ਦਿਓ, ਕੀ ਗੱਲ ਹੈ। ਤਹਿਸੀਲਦਾਰ ਇੰਨੀ ਰਜਿਸਟਰੀ 70 ਲੱਖ ਲਾਤਾ, 70 ਹਜ਼ਾਰ ਵੀ ਕੋਈ ਗੱਲ ਨਹੀਂ, 1500 ਵੀ ਕੋਈ ਨਹੀਂ, ਬਸ। ਉਹ ਇਹ ਜਿਹੜੀ ਏ ਉਹਨਾਂ ਨੂੰ ਹੀ ਪਤਾ ਹੈ ਕਿ ਲੋਕ ਇਹੋ ਜਿਹੇ ਨੇ, ਇਹ ਪਰਵਾਹ ਨਹੀਂ ਕਰਦੇ, ਸਾਨੂੰ ਪੈਸੇ ਆਈ ਜਾਂਦੇ ਨੇ। ਸਹੀ ਹੈ। ਉਹ ਕਰਪਸ਼ਨ ਦੇ ਵਿੱਚ ਸਿਸਟਮ ਜਿਹੜਾ ਚੱਲੀ ਜਾਂਦਾ। ਲੇਕਿਨ ਅਸੀਂ ਖਿਲਾਫ ਖੜੇ ਹਾਂ, ਅਸੀਂ ਇਹਨੂੰ ਖਤਮ ਕਰਨ ਦੀ ਜਿਹੜੀ ਇੱਕ ਮੁਹਿੰਮ ਚਲਾਈਏ, ਕੋਸ਼ਿਸ਼ ਕਰਾਂਗੇ ਵੀ ਅਸੀਂ ਇਹਨੂੰ ਵਿਲੇ ਲਾਵਾਂਗੇ ਜ਼ਰੂਰ। ਆਫ ਕੋਰਸ ਲੱਗੂਗੀ। ਤੇ ਚੌਧਰੀ ਸਾਹਿਬ, ਦਿਲ ਤਾਂ ਕਰਦਾ ਕਿ ਹੋਰ ਵੀ ਗੱਲਾਂ ਕਰੀਏ, ਕਿਉਂਕਿ ਟਾਈਮ ਜਿਹੜਾ ਹੈਗਾ ਕਾਫੀ ਹੋ ਚੁੱਕਾ ਆ। ਤੇ ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਤੇ ਆਲ ਦਾ ਬੈਸਟ ਤੁਹਾਡੇ ਜਿਹੜੇ ਪ੍ਰੋਜੈਕਟ, ਇਹ ਮੁੱਦੇ ਜਿਹੜੇ ਹੈਗੇ ਆ, ਤੁਹਾਡੇ ਵਰਗੇ ਹੋਰ ਵੀ ਅਜੇ ਆਪਾਂ ਗੱਲ ਕਰੀਏ ਕਿ ਲੋਕ ਜਿਹੜੇ ਹੈਗੇ ਆ ਵਸ਼ਿੰਦੇ ਵੱਧ ਚੜ ਕੇ ਤੁਹਾਡਾ ਸਾਥ ਦੇਣ, ਤਾਂ ਕਿਉਂ ਨਹੀਂ ਪ੍ਰਸ਼ਾਸਨ ਦੇ ਜਿੱਦਾਂ ਕਹਿੰਦੇ ਹੱਥਾਂ ਪੈਰਾਂ ਦੀਆਂ ਪੈਣ। ਬਿਲਕੁਲ ਜੀ, ਤੁਹਾਡਾ ਸ਼ੁਕਰੀਆ। ਜੇ ਤੁਸੀਂ ਸਾਡੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ ਤਾਂ ਜ਼ਰੂਰ ਲੋਕਾਂ ਦੇ ਕੰਨਾਂ ਤੱਕ ਪਹੁੰਚੂ ਗੱਲ। ਸਾਡੀ ਤਾਂ ਆਪ ਜਿੱਦਾਂ ਇਹੀ ਕੋਸ਼ਿਸ਼ ਹੈਗੀ ਆ ਕਿ ਜਿੱਥੇ ਰਹਿੰਦੇ ਆ, ਜਿੱਥੇ ਹੈਗੇ ਆ, ਤੇ ਉਸ ਲੋਕਾਂ ਦੀ ਆਪਾਂ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਹੈਗੇ ਆ। ਤੇ ਬਿਲਕੁਲ ਜੀ, ਥੈਂਕ ਯੂ ਸੋ ਮਚ। ਬਹੁਤ ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਤੇ ਦੋਸਤੋ, ਅਸੀਂ ਸੁਖਦੇਵ ਚੌਧਰੀ ਜੀ, ਜੈਕ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰੈਜ਼ੀਡੈਂਟ, ਤੇ ਗੱਲਾਂ ਜਿਹੜੀਆਂ ਹੈਗੀਆਂ ਬਹੁਤ ਹੀ ਖੂਬਸੂਰਤ ਇਹਨਾਂ ਨੇ ਕੀਤੀਆਂ ਆ। ਕਿਉਂਕਿ ਜਦੋਂ ਪਬਲਿਕ ਖੁਦ ਆਪਣੇ ਹੱਕਾਂ ਦੇ ਲਈ ਨਹੀਂ ਉੱਠਦੀ, ਨਹੀਂ ਆਵਾਜ਼ ਲਗਾਉਂਦੀ, ਤੇ ਉਹਨਾਂ ਚਿਰ ਕੁਝ ਨਹੀਂ ਹੁੰਦਾ। ਕਿਉਂਕਿ ਭਾਵੇਂ ਅਸੀਂ ਮੀਡੀਆ ਆ, ਤੇ ਭਾਵੇਂ ਇੱਦਾਂ ਦੇ ਲੋਕ ਜਿਹੜੇ ਹੈਗੇ ਆ, ਐਕਟਿਵਿਸਟ ਹੈਗੇ ਆ, ਉਹ ਉਹਨਾਂ ਚਿਰ ਕਾਮਯਾਬ ਨਹੀਂ ਹੁੰਦੇ ਜਿੰਨਾ ਚਿਰ ਪਬਲਿਕ ਜਿਹੜੀ ਆ ਖੁਦ ਨਹੀਂ ਖੜੀ ਹੁੰਦੀ ਆਪਣੇ ਹੱਕਾਂ ਦੇ ਵਾਸਤੇ। ਤੇ ਇਹੀ ਆ ਕਿ ਜੇਕਰ ਤੁਸੀਂ ਆਪਣੇ ਹੱਕ ਲੈਣੇ ਆ ਤਾਂ ਤੁਹਾਨੂੰ ਆਪਣੀ ਆਵਾਜ਼ ਉਠਾਲਣੀ ਪੈਣੀ ਆ। ਤਾਂ ਇਸ ਉਮੀਦ ਦੇ ਨਾਲ ਦੋਸਤੋ ਇਜਾਜ਼ਤ ਲੈਣੀ ਆ ਕਿ ਤੁਸੀਂ ਵੀ ਆਪਣੇ ਹੱਕਾਂ ਦੇ ਲਈ ਆਪਣੀ ਆਵਾਜ਼ ਉਠਾਲੋਗੇ। ਤੇ ਦੇਖਦੇ ਰਹੋ ਵੌਇਸ ਆਫ ਪੰਜਾਬ। ਲੈਂਦੇ ਆ ਇਜਾਜ਼ਤ, ਮਿਲਦੇ ਆ ਨੈਕਸਟ ਟਾਈਮ। ਤੇ ਸਤਿ ਸ਼੍ਰੀ ਅਕਾਲ।